ਅਜੋਕੇ ਨੌਜਵਾਨਾਂ ਦੀ ਰੂਹ ਦੀ ਖੁਰਾਕ ਬਣ ਸਕਦੀ ਹੈ ਅਜਿਹੀ ਸਰੰਗੀ, ਜੇਕਰ ਸੁਣੀ ਜਾਵੇ ਧਿਆਨ ਨਾਲ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ੀ ਹੋਈ ਢਾਡੀ ਕਲਾ ਨੂੰ ਸਿੱਖੀ ਦੇ ਪ੍ਰਚਾਰ ਵਿੱਚ ਵਰਤਣ ਵਾਲੇ ਢਾਡੀ ਜਥਿਆਂ ਵਿੱਚੋਂ ਇੱਕ ਮਹਾਨ ਸਰੰਗੀ ਮਾਸਟਰ ਨੇ ਸਰਦਾਰ ਬਲਵੀਰ ਸਿੰਘ ਜੌਲ। ਫਿਰ ਤੁਸੀਂ 1957 ਵਿੱਚ ਜਨਮੇ ਤੇ ਸਰੰਗੀ ਕਿੰਨੀ ਕੁ ਉਮਰ ਵਿੱਚ ਵਜਾਉਣੀ ਸ਼ੁਰੂ ਕੀਤੀ, ਜਾਂ ਸਰੰਗੀ ਤੋਂ ਪਹਿਲਾਂ ਵੀ ਕੋਈ ਸਾਜ਼ ਵਜਾਉਣਾ ਸ਼ੁਰੂ ਕੀਤਾ? ਜੌਲ ਸਾਹਿਬ, ਕੋਈ ਵੀ ਬੰਦਾ ਕਿਸੇ ਵੀ ਕਿੱਤੇ ਵਿੱਚ ਪੈਂਦਾ ਤੇ ਆਮ ਤੌਰ ਤੇ ਜ਼ਿਆਦਾਤਰ ਉਸ ਕਿੱਤੇ ਵੱਲ ਨੂੰ ਖਿੱਚਿਆ ਜਾਂਦਾ ਹੈ ਜਿਸ ਕਿੱਤੇ ਵਿੱਚ ਉਹਨਾਂ ਦੇ ਬਜ਼ੁਰਗ ਹੋਣ। ਕੀ ਤੁਹਾਡੇ ਘਰ ਵਿੱਚ ਵੀ ਕੋਈ ਪਹਿਲਾਂ ਢਾਡੀ ਸੀ ਜਾਂ ਕੋਈ ਸਾਜ਼ ਵਜਾਉਂਦਾ ਸੀ? ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਇੰਟਰਵਿਊ ਵਿੱਚ ਸਰਦਾਰ ਬਲਵੀਰ ਸਿੰਘ ਜੌਲ ਹੋਣਾ ਨੂੰ ਅਸੀਂ ਕਿਉਂ ਚੁਣਿਆ। ਜਦੋਂ ਤੁਸੀਂ ਸਰੰਗੀ ਦੀ ਤਿਆਰੀ ਕਰਦੇ ਸੀ ਤੇ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਦੇ ਸੀ, ਕਿੰਨੀ ਕੁ ਮਿਹਨਤ ਕਰਦੇ ਸੀ, ਤੇ ਜਿਹੜੇ ਨਵੇਂ ਪੋਟੇ ਲਾਉਂਦੇ ਸੀ ਜਾਂ ਦੂਜਿਆਂ ਨਾਲੋਂ ਅਲੱਗ ਕੁਝ ਕਰਦੇ ਸੀ, ਤੇ ਉਹ ਕਿੱਦਾਂ ਤੁਸੀਂ ਤਿਆਰ ਕਰਦੇ ਸੀ, ਕਿੱਦਾਂ ਤੁਹਾਡੇ ਜ਼ਿਹਨ ਵਿੱਚ ਆਉਂਦਾ ਸੀ? ਮਿਰਜ਼ਾ ਆਮ ਢਾਡੀ ਅੱਜ ਕੱਲ੍ਹ ਦੋ ਕਿਸਮ ਦਾ ਵਜਾਉਂਦੇ ਆ, ਮੈਂ 7 ਕਿਸਮ ਦਾ ਮਿਰਜ਼ਾ ਵਜਾਉਂਦਾ। ਕਈ ਵਾਰੀ ਜੇ ਪੋਟਾ ਗਲਤ ਲੱਗ ਜਾਣਾ, ਮੇਰੇ ਗੁਰੂ ਉਸਤਾਦ ਨੇ ਮੇਰੇ ਸਰੰਗੀ ਦਾ ਗਾਜ ਹੀ ਮਾਰਨਾ। ਜੌਲ ਸਾਹਿਬ, ਜਦ ਤੁਸੀਂ 86 ਵਿੱਚ ਬਾਹਰ ਗਏ, ਕਿਉਂਕਿ 1984 ਵਿੱਚ ਜਿਹੜਾ ਘੱਲੂਘਾਰਾ ਵਾਪਰ ਚੁੱਕਾ ਸੀ ਦਿੱਲੀ ਦਾ ਜਾਂ ਬਾਕੀ ਸ਼ਹਿਰਾਂ ਵਿੱਚ, ਜਿਹੜਾ ਸਿੱਖ ਕਤਲੇਆਮ ਹੋਇਆ, ਉਹਦੇ ਨਾਲ ਸਿੱਖ ਮਨਾਂ ਵਿੱਚ ਰੋਸ ਸੀ, ਤੇ ਤੁਸੀਂ ਢਾਡੀ ਜਥਾ ਲੈ ਕੇ ਪ੍ਰਚਾਰ ਲਈ ਗਏ। ਤੇ ਵਿਦੇਸ਼ਾਂ ਵਿੱਚ ਤੁਹਾਡਾ ਕੀ ਤਜਰਬਾ ਰਿਹਾ? ਅਮਰੀਕਾ, ਕੈਨੇਡਾ ਵਿੱਚ ਉੱਥੋਂ ਦੀ ਸੰਗਤ ਨੇ ਤੁਹਾਨੂੰ ਕਿੰਨਾ ਕੁ ਪਿਆਰ ਦਿੱਤਾ? ਉਹ ਸਮਾਂ ਬਹੁਤ ਵਧੀਆ ਸੀਗਾ। ਲੋਕ ਸੰਗਤਾਂ ਢਾਡੀ ਜਥੇ ਨੂੰ ਪਿਆਰ ਕਰਦੇ, ਸੁਣਦੇ, ਸਤਿਕਾਰ ਕਰਦੇ ਸੀ। ਪਰ ਅੱਜ ਕੱਲ੍ਹ ਨਹੀਂ ਉਹ ਗੱਲ ਰਹੀ। ਉਸ ਦਾ ਜੀ ਸਾਡੇ ਵੀ ਇਹ ਕਮੀ ਹੈ, ਅਸੀਂ ਮਿਹਨਤ ਨਹੀਂ ਕਰਦੇ, ਸਾਡੇ ਕੋਲ ਉਹਨਾਂ ਸਮਾਨ ਨਹੀਂ ਹੈਗਾ ਦੁਕਾਨ 'ਚ। ਕੀ ਕਾਰਨ ਸੀ? ਬਲਵੀਰ ਸਿੰਘ ਜੌਲ ਇੱਕਦਮ ਕਿਉਂ ਗਾਇਬ ਹੋ ਗਏ, ਕਿੱਥੇ ਚਲੇ ਗਏ ਸੀ? ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਤੁਹਾਡੇ ਲਈ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਸਾਡੇ ਨਾਲ ਮੌਜੂਦ ਨੇ ਸਿੱਖ ਪੰਥ ਦੇ ਸਿੱਖ ਸਟੇਜਾਂ ਦਾ ਸ਼ਿੰਗਾਰ, ਪੰਥ ਪ੍ਰਸਿੱਧ ਵਿਦਵਾਨ ਸਰੰਗੀ ਵਾਦਕ ਗਿਆਨੀ ਬਲਵੀਰ ਸਿੰਘ ਜੌਲ ਜੀ। ਜੌਲ ਸਾਹਿਬ ਜੀ, ਤੁਹਾਡਾ ਸਾਡੀ ਸਮੁੱਚੀ ਟੀਮ ਵੱਲੋਂ, ਪੰਜਾਬੀ ਵਿਰਾਸਤ USA ਵੱਲੋਂ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੌਲ ਸਾਹਿਬ, ਸਭ ਤੋਂ ਪਹਿਲੀ ਗੱਲ ਕਿ ਤੁਹਾਡੇ ਨਾਮ ਨਾਲ ਜਿਹੜਾ ਜੌਲ ਸ਼ਬਦ ਜੁੜਿਆ, ਇਹ ਜੌਲ ਸ਼ਬਦ ਕੀ ਹੈ, ਇਹ ਕਿਉਂ ਜੁੜਿਆ ਹੈ? ਇਹ ਜੌਲ ਮੇਰਾ ਪਿੰਡ ਹੈ ਜੀ, ਰਾਏਕੋਟ ਦੇ ਕੋਲੇ। ਪਹਿਲਾਂ ਸੀ ਜ਼ਿਲ੍ਹਾ ਸੰਗਰੂਰ ਤੇ ਹੁਣ ਲੁਧਿਆਣਾ ਹੋ ਗਿਆ ਜੀ। ਇਸ ਕਰਕੇ ਮੇਰਾ ਨਾਂ ਜਿਹੜਾ ਪੈਂਦਾ ਬਲਵੀਰ ਸਿੰਘ ਜੌਲ, ਇਸ ਕਰਕੇ ਪੈਂਦਾ ਜੀ। ਜੌਲ ਸਾਹਿਬ, ਤੁਹਾਡਾ ਜਨਮ ਕਿਹੜੇ ਸਨ 'ਚ ਕਦੋਂ ਹੋਇਆ? ਮੇਰਾ ਜਨਮ ਹੋਇਆ 1957 ਵਿੱਚ ਜੀ, ਪਿੰਡ ਜੌਲਾ। 1957 ਵਿੱਚ। ਤੇ ਫਿਰ ਤੁਸੀਂ 1957 ਵਿੱਚ ਜਨਮੇ ਤੇ ਸਰੰਗੀ ਕਿੰਨੀ ਕੁ ਉਮਰ ਵਿੱਚ ਵਜਾਉਣੀ ਸ਼ੁਰੂ ਕੀਤੀ, ਜਾਂ ਸਰੰਗੀ ਤੋਂ ਪਹਿਲਾਂ ਵੀ ਕੋਈ ਸਾਜ਼ ਵਜਾਉਣਾ ਸ਼ੁਰੂ ਕੀਤਾ? ਸਰੰਗੀ ਤੋਂ ਪਹਿਲਾਂ ਵਜਾਈ ਜਿਵੇਂ ਤੂੰਬੀ ਤੋਂ ਬਾਅਦ ਵਜਾਈ ਮੈਂ ਢੱਡ ਤੇ ਗਾਇਆ ਚਾਦਰਾ ਪਾ ਕੇ। ਉਸ ਤੋਂ ਬਾਅਦ ਮੈਂ 1974 ਦੇ ਵਿੱਚ ਮੈਂ ਢੱਡ ਸਟੇਜ ਤੇ ਆ ਗਿਆ ਜੀ। ਜੌਲ ਸਾਹਿਬ, ਕੋਈ ਵੀ ਬੰਦਾ ਕਿਸੇ ਵੀ ਕਿੱਤੇ ਵਿੱਚ ਪੈਂਦਾ ਤੇ ਆਮ ਤੌਰ ਤੇ ਜ਼ਿਆਦਾਤਰ ਉਸ ਕਿੱਤੇ ਵੱਲ ਨੂੰ ਖਿੱਚਿਆ ਜਾਂਦਾ ਹੈ ਜਿਸ ਕਿੱਤੇ ਵਿੱਚ ਉਹਨਾਂ ਦੇ ਬਜ਼ੁਰਗ ਹੋਣ। ਕੀ ਤੁਹਾਡੇ ਘਰ ਵਿੱਚ ਵੀ ਕੋਈ ਪਹਿਲਾਂ ਢਾਡੀ ਸੀ ਜਾਂ ਕੋਈ ਸਾਜ਼ ਵਜਾਉਂਦਾ ਸੀ? ਹਾਂ ਜੀ, ਮੇਰੇ ਪਿਤਾ ਜੀ ਬਹੁਤ ਤਕੜੇ ਗਵਈਏ ਸੀਗੇ। ਉਹ ਸਰੰਗੀ ਤੇ ਵਜਾਉਂਦੇ, ਸਰੰਗੀ ਤੇ ਗਾਉਂਦੇ ਸੀ, ਖੁੱਲ੍ਹੇ ਖਾੜੇ। ਕਪੂਰ ਸਿੰਘ ਨਾਮ ਸੀ ਉਹਨਾਂ ਦਾ। ਬਹੁਤ ਚੰਗੇ ਗਾਇਕ ਸੀਗੇ। ਸਾਨੂੰ ਜਾਣੀ ਪਿਤਾ ਪੁਰਖੀ ਸਾਡੇ ਖਾਨਦਾਨ 'ਚ ਹੈ ਸਾਜ਼, ਸਰੰਗੀ, ਢੱਡ ਸਰੰਗੀ ਸਾਡੇ ਖਾਨਦਾਨ 'ਚ। ਤੇ ਜਿਹੜੀ ਸਰੰਗੀ ਤੁਸੀਂ ਸਿੱਖੀ, ਕਿਉਂਕਿ ਹਰ ਇੱਕ ਕੰਮ ਲਈ ਕੋਈ ਨਾ ਕੋਈ ਉਸਤਾਦ ਚਾਹੀਦਾ, ਤੁਹਾਡੇ ਉਸਤਾਦ ਕੌਣ ਸਨ? ਸਰੰਗੀ ਮੈਂ ਸਿੱਖੀ ਆ ਘਰ ਤੋਂ। ਜਿਹੜੇ ਮੇਰੇ ਉਸਤਾਦ ਆ ਉਹ ਜੇਠੂ ਕੇ ਦਾ ਦਲੀਪ ਸਿੰਘ ਜੀ, ਪਿੰਡ ਜੇਠੂ ਕੇ, ਜ਼ਿਲ੍ਹਾ ਬਠਿੰਡਾ, ਰਾਮਪੁਰ ਦੇ ਪਾਸ ਆ।
ਮੇਰੇ ਗੁਰੂ ਉਹ ਨੇ। ਉਹਨਾਂ ਨੂੰ ਬਕਾਇਦਾ ਤੁਸੀਂ ਉਸਤਾਦ ਧਾਰਿਆ ਜੀ। ਤੇ ਤੁਸੀਂ ਮਤਲਬ ਕਿੱਡੇ ਕੁ ਸੀ, ਕਿੰਨੀ ਕੁ ਉਮਰ ਸੀ ਜਦ ਤੁਸੀਂ ਸਟੇਜ ਉੱਪਰ ਸਰੰਗੀ ਵਜਾਉਣ ਲੱਗ ਪਏ? ਜਦ ਸਟੇਜ ਉੱਪਰ ਸਰੰਗੀ ਵਜਾਈ ਉਸ ਵੇਲੇ ਮੈਂ ਸੀਗਾ ਕੋਈ 30-32 ਸਾਲ ਦਾ ਸੀਗਾ ਜੀ। ਹਾਂ। ਦਰਸ਼ਕੋ, ਸਰਦਾਰ ਬਲਵੀਰ ਸਿੰਘ ਜੌਲ, ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਇੰਟਰਵਿਊ ਵਿੱਚ ਸਰਦਾਰ ਬਲਵੀਰ ਸਿੰਘ ਜੌਲ ਹੁਣਾਂ ਨੂੰ ਅਸੀਂ ਕਿਉਂ ਚੁਣਿਆ। ਬਲਵੀਰ ਸਿੰਘ ਜੌਲ ਉਹ ਮਹਾਨ ਸਰੰਗੀ ਵਾਦਕ ਨੇ ਜਿਨ੍ਹਾਂ ਦੀ ਸਰੰਗੀ ਦੇ ਪੋਟੇ ਇੰਨੇ ਕਮਾਲ ਦੇ ਹੁੰਦੇ ਸਨ ਕਿ ਜਿਹੜਾ ਇੱਕ ਵਾਰ ਸੁਣ ਬੈਠ ਜਾਂਦਾ। ਇੱਥੋਂ ਤੱਕ ਕਿ ਮਨੁੱਖ ਦੀ ਗੱਲ ਛੱਡੋ, ਉੱਡਦੇ ਹੋਏ ਪੰਛੀਆਂ ਨੂੰ ਲਾਉਣ ਦੀ ਸਮਰੱਥਾ ਰੱਖਦੇ ਸਨ ਜੌਲ ਸਾਹਿਬ। ਤੇ ਇੱਕ ਵਾਰ ਅਸੀਂ ਆਪਣੇ ਨਵੀਂ ਪੀੜ੍ਹੀ ਹੈ, ਨੌਜਵਾਨ ਨੇ ਜਿਹੜੇ ਖਾਸ ਤੌਰ ਤੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਅਸੀਂ ਬਲਵੀਰ ਸਿੰਘ ਜੌਲ ਹੋਰਾਂ ਦੇ ਜਿਹੜੇ ਜਵਾਨੀ ਵੇਲੇ ਦੇ ਲਾਏ ਹੋਏ ਪੋਟੇ ਨੇ ਸਿੱਖ ਸਟੇਜਾਂ ਉੱਪਰ, ਉਹ ਇੱਕ ਵਾਰ ਇਹਨਾਂ ਦੇ ਢਾਡੀ ਜਥੇ ਦੇ ਨਾਲ ਇਹਨਾਂ ਦੇ ਵਜਾਏ ਹੋਏ ਕੁਝ ਢਾਡੀ ਰੰਗ, 2 ਰੰਗ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਜੱਗਾ ਢਾਡੀ ਕਲਾ ਦਾ ਬਹੁਤ ਅਨਿੱਖੜਵਾਂ ਅੰਗ ਹੈ, ਜੌਲ ਸਾਹਿਬ ਦਾ ਵਜਾਇਆ ਹੋਇਆ ਜੱਗਾ ਇੰਦਰਜੀਤ ਸਿੰਘ ਅਣਖੀ ਹੋਰਾਂ ਦੇ ਢਾਡੀ ਜਥੇ ਦੇ ਨਾਲ, ਜਿੱਥੇ ਬਹੁਤ ਕਮਾਲ ਦੇ ਗਵਈਏ ਸਰਦਾਰ ਬਲਦੇਵ ਸਿੰਘ ਬਿੱਲੂ ਜਾਂਗਪੁਰ ਵਾਲੇ, ਜਿਨ੍ਹਾਂ ਨੇ ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਜਥੇ ਨਾਲ ਬਹੁਤ ਲੰਬਾ ਸਮਾਂ ਗਾਇਆ ਤੇ ਉਹਨਾਂ ਦੀਆਂ ਦਰਜਨਾਂ ਸੈਂਕੜੇ ਕਿਸਟਾਂ ਤੁਸੀਂ ਸੁਣੀਆਂ। ਤੇ ਨਾਲ ਉਹਨਾਂ ਦੇ ਬੁਲੰਦ ਆਵਾਜ਼ ਦੇ ਮਾਲਕ ਦਰਸ਼ਨ ਸਿੰਘ ਭਿੰਡਰ ਸਾਹਿਬ। ਆਓ ਉਹਨਾਂ ਪਾਸੋਂ ਪਹਿਲਾਂ ਆਪਾਂ ਉਹਨਾਂ ਦੀ ਪੁਰਾਣੀ ਇੱਕ ਜਵਾਨੀ ਵੇਲੇ ਦੀ ਰਿਕਾਰਡਿੰਗ ਢਾਡੀ ਕਲਾ ਦੀ ਵੰਨਗੀ ਜੱਗਾ ਸਰਵਣ ਕਰੀਏ। ਹੁਣ ਚੱਲ ਕੇ 5 ਸਾਲ
ਜੌਲ ਸਾਹਿਬ, ਜੱਗਾ ਬੜੀ ਕਮਾਲ ਦੀ ਵੰਨਗੀ ਹੈ। ਇਸ ਤੋਂ ਇਲਾਵਾ ਪੱਕੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ, ਤੁਸੀਂ ਜਿਸ ਤਰ੍ਹਾਂ ਖੁੱਲ੍ਹੇ ਅਖਾੜਿਆਂ ਦਾ ਜ਼ਿਕਰ ਕੀਤਾ ਹੈ, ਖੁੱਲ੍ਹੇ ਅਖਾੜਿਆਂ ਵਿੱਚ ਇਹ ਵਜਾਈਆਂ ਜਾਂਦੀਆਂ ਸਨ। ਅੱਜ ਵੀ ਖੈਰ ਸਿੱਖ ਸਟੇਜਾਂ ਉੱਪਰ, ਪਰ ਫਿਰ ਵੀ ਸਮੇਂ ਦਾ ਜਿਹੜਾ ਪ੍ਰਭਾਵ ਹੈ ਅਜੋਕੇ ਸਮੇਂ ਵਿੱਚ, ਕਿਉਂਕਿ ਜਿਹੜਾ ਹੋਰ ਪਾਸਾ ਬੜਾ ਭਾਰੂ ਹੋ ਗਿਆ, ਅਜੋਕੇ ਜਿਹੜੇ ਗੀਤ ਆ ਰਹੇ ਨੇ ਕਲਾਕਾਰਾਂ ਵੱਲੋਂ, ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਧੁਨਾਂ ਨੇ ਮਨ ਨੂੰ ਮੋਹਣ ਵਾਲੀਆਂ ਨੇ, ਸੰਗੀਤ ਦੇ ਖੇਤਰ ਵਿੱਚ ਬੜੀ ਤਰੱਕੀ ਹੋਈ ਹੈ। ਤੁਸੀਂ ਜਦੋਂ ਸਰੰਗੀ ਵਜਾਉਣੀ ਸ਼ੁਰੂ ਕੀਤੀ ਸੀ, ਉਦੋਂ ਵੀ ਜਿਹੜੇ ਸਰੰਗੀ ਵਾਦਕ ਸਨ ਢਾਡੀ ਕਲਾ ਦੇ ਨਾਲ ਨਾਲ ਤਰਜ਼ਾਂ ਵੀ ਵਜਾਉਂਦੇ ਸਨ, ਅਤੇ ਬਹੁਤ ਕੁਝ ਤੁਹਾਨੂੰ ਜਿਹੜਾ ਇਹ ਅਜੋਕਾ ਸੰਗੀਤ ਹੈ ਜਾਂ ਪੁਰਾਣਾ ਢਾਡੀ ਕਲਾ ਤੋਂ ਹਟ ਕੇ ਬੜਾ ਕੁਝ ਉਹਦੇ ਵਿੱਚੋਂ ਵੀ ਸਿੱਖਣ ਨੂੰ ਮਿਲਦਾ ਹੋਵੇਗਾ। ਜਦੋਂ ਤੁਸੀਂ ਸਰੰਗੀ ਦੀ ਤਿਆਰੀ ਕਰਦੇ ਸੀ ਤੇ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਦੇ ਸੀ, ਕਿੰਨੀ ਕੁ ਮਿਹਨਤ ਕਰਦੇ ਸੀ, ਅਤੇ ਜਿਹੜੇ ਨਵੇਂ ਪੋਟੇ ਲਾਉਂਦੇ ਸੀ ਜਾਂ ਦੂਜਿਆਂ ਨਾਲੋਂ ਅਲੱਗ ਕੁਝ ਕਰਦੇ ਸੀ, ਤੇ ਉਹ ਕਿੱਦਾਂ ਤੁਸੀਂ ਤਿਆਰ ਕਰਦੇ ਸੀ, ਕਿੱਦਾਂ ਤੁਹਾਡੇ ਜ਼ਿਹਨ ਵਿੱਚ ਆਉਂਦਾ ਸੀ? ਮੈਂ ਜੀ ਕਾਫੀ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਵੈਸੇ ਜਿਹੜੀ ਨਵੀਂ ਇਹ ਅੱਜ ਕੱਲ੍ਹ ਦੀ ਹੈਗੀ ਸਰੰਗੀ ਵਾਦਕ, ਮੈਂ ਇਹਨਾਂ ਦੇ ਬੇਨਤੀ ਕਰਦਾ ਜਿਹੜੇ ਪੁਰਾਣੀਆਂ ਪੱਕੀਆਂ ਚੀਜ਼ਾਂ ਉਹਨਾਂ ਦੀ ਮਿਹਨਤ ਜ਼ਿਆਦਾ ਕਰਿਆ ਕਰਨ, ਕਿ ਉਹਨਾਂ ਦੀ ਜ਼ਿੰਦਗੀ ਆ। ਅੱਜ ਕੱਲ੍ਹ ਨਵਾਂ ਗੀਤ ਆਇਆ, ਅੱਜ ਉਹ ਨਵਾਂ ਅਤੇ ਕੱਲ੍ਹ ਨੂੰ ਪੁਰਾਣਾ। ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਸਦਾ ਲਈ ਅਮਰ ਆ। ਹਾਂ, ਇਹਨਾਂ ਵਿੱਚ ਮੈਂ ਜਾਣੀ ਹੀਰ ਦੀ ਕਲੀ, ਕੌਲਾਂ, ਪੂਰਨ, ਤੇਰੇ ਮਿਰਜ਼ਾ, ਆਮ ਢਾਡੀ ਅੱਜ ਕੱਲ੍ਹ 2 ਕਿਸਮ ਦਾ ਵਜਾਉਂਦੇ ਆ। ਮੈਂ 7 ਕਿਸਮ ਦਾ ਮਿਰਜ਼ਾ ਵਜਾਉਂਦਾ। ਵਾਹ ਜੀ। ਹਾਂ, ਜਿਹਦੇ ਅੱਡੋ ਅੱਡੀ ਰੰਗ ਨੇ। ਜੀ ਜੀ। ਹਾਂ, ਅੱਜ ਕੱਲ੍ਹ ਦੇ ਮੁੰਡੇ ਨੂੰ ਮੈਂ ਇਹ ਕਹਿੰਦਾ ਨਵੇਂ ਨੂੰ ਵੀ ਇਹਨਾਂ ਚੀਜ਼ਾਂ ਦੀ ਮਿਹਨਤ ਕਰਿਆ ਕਰੋ। ਜੀ। ਇਹ ਤੁਸੀਂ ਜਿੱਥੇ ਵੀ ਵਜਾਓ, ਇਹ ਪੁਰਾਣੇ ਨਹੀਂ ਹੈ, ਨਵੇਂ ਹੈ। ਅੱਛਾ ਜੌਲ ਸਾਹਿਬ, ਤੁਸੀਂ ਆਪਣੇ ਸਮੇਂ 'ਚ ਜਦੋਂ ਤੁਸੀਂ ਤਿਆਰੀ ਕਰ ਰਹੇ ਸੀ ਜਾਂ ਤੁਸੀਂ ਪਰਪੱਕ ਹੋ ਕੇ ਸਟੇਜ 'ਤੇ ਵੀ ਆ ਗਏ ਸੀ, ਕਿੰਨੀ ਕੁ ਮਿਹਨਤ ਕਰਦੇ ਰਹੇ ਤੁਸੀਂ ਹਰ ਰੋਜ਼? ਮੈਂ ਰੋਜ਼ 2 ਘੰਟੇ ਲਾਉਣੇ ਜੀ ਮਿਹਨਤ 'ਤੇ। ਜੀ। ਹਾਂ, ਜਾਣੀ ਗੁਰੂ ਦੇ ਕੋਲੇ ਖੱਬੇ ਪਾਸੇ ਬਹਿ ਕੇ, ਕਈ ਵਾਰੀ ਜੇ ਪੋਟਾ ਗਲਤ ਲੱਗ ਜਾਣਾ, ਮੇਰੇ ਗੁਰੂ ਉਸਤਾਦ ਨੇ ਮੇਰੇ ਸੰਗੀਤ ਦਾ ਗਾਜ ਹੀ ਮਾਰਨਾ। ਜੀ। ਪਰ ਗੱਜ ਖਾ ਕੇ ਮੈਂ ਕਿਸੇ ਮੰਜ਼ਿਲ 'ਤੇ ਪਹੁੰਚ ਗਿਆ ਸੀ। ਉਸ ਤੋਂ ਬਾਅਦ ਮੈਨੂੰ ਆਪ ਨੂੰ ਲੱਗਣ ਲੱਗ ਗਈ ਪੂਰੀ। ਹਾਂ। ਅੱਛਾ ਜੌਲ ਸਾਹਿਬ, ਤੁਸੀਂ ਫਿਰ ਪਹਿਲੀ ਵਾਰ ਕਿਹੜੇ ਢਾਡੀ ਜੱਥੇ ਨਾਲ ਸਟੇਜ 'ਤੇ ਖੜੇ? ਪਹਿਲੀ ਵਾਰ ਰੋੜੀ ਤੋਂ, ਹਰਿਆਣੇ 'ਚ ਰੋੜੀ ਆ, ਜੀ। ਰੋੜੀ ਪਿੰਡ ਦਾ ਢਾਡੀ ਯਾਰ ਸੀਗਾ, ਉਹਨਾਂ ਦਾ ਖੜਾ ਮੈਂ। ਜੀ। 5-4 ਦਿਨ ਉਹਨਾਂ ਦਾ ਖੜਾ, ਜਦ ਨੂੰ ਕੀ ਨਾਮ ਉਹਨਾਂ ਦਾ? ਉਹ ਜਰਨੈਲ ਸਿੰਘ ਸੁਮਨ। ਜੀ। ਉਸ ਤੋਂ ਬਾਅਦ ਸਰਦਾਰ ਇੰਦਰਜੀਤ ਸਿੰਘ ਅਣਖੀ ਸਿੱਖ ਪ੍ਰੋਗਰਾਮ 'ਤੇ ਇਕੱਠੇ ਹੋ ਗਏ। ਜੀ। ਮੈਨੂੰ ਇਹਨਾਂ ਨਾਲ ਮੁਲਾਕਾਤ ਹੋ ਗਈ। ਇਹ ਕਹਿੰਦੇ ਤੁਸੀਂ ਐਡੀ ਦੂਰ ਜਾਂਦੇ, ਸਾਡੇ ਕੋਲ ਆ ਜਾਓ ਨੇੜੇ। ਮੈਂ ਕਿਹਾ ਜੀ ਐਂ ਕਰ ਲੈਣਾ। ਫਿਰ ਤਕਰੀਬਨ 6-7 ਸਾਲ ਲਗਾਤਾਰ ਮੈਂ ਸਰਦਾਰ ਇੰਦਰਜੀਤ ਸਿੰਘ ਅਣਖੀ ਨਾਲ ਸੇਵਾ ਕੀਤੀ। ਜੀ ਜੀ। ਸਾਡਾ ਬਹੁਤ ਵਧੀਆ ਸਮਾਂ ਨਿਭਿਆ। ਜੀ। ਤੇ ਤੁਸੀਂ ਫਿਰ ਆਪਣੇ ਢਾਡੀ ਸਫ਼ਰ ਦੌਰਾਨ ਬਾਹਰਲੇ ਟੂਰ, ਵਿਦੇਸ਼ਾਂ ਦੇ ਟੂਰ ਵੀ ਲਾਏ? ਜੀ ਲਾਇਆ ਮੈਂ 2 ਚੱਕਰ ਸਰਦਾਰ ਇੰਦਰਜੀਤ ਸਿੰਘ ਅਣਖੀ ਨਾਲ। 1986 'ਚ ਮੈਂ 8 ਮਹੀਨੇ ਅਮਰੀਕਾ ਲਾਏ ਇਹਨਾਂ ਦੇ ਨਾਲ ਟੂਰ 'ਚ, ਅਤੇ 8 ਮਹੀਨੇ ਕੈਨੇਡਾ ਲਾਏ। ਫਿਰ 87 ਵਿੱਚ ਇੰਡੀਆ ਵਾਪਸ ਆ ਗਏ ਸੀਗੇ। ਤੇ ਜੌਲ ਸਾਹਿਬ, ਜਦ ਤੁਸੀਂ 86 ਵਿੱਚ ਬਾਹਰ ਗਏ, ਕਿਉਂਕਿ 1984 ਵਿੱਚ ਜਿਹੜਾ ਘੱਲੂਘਾਰਾ ਵਾਪਰ ਚੁੱਕਾ ਸੀ ਦਿੱਲੀ ਦਾ ਜਾਂ ਬਾਕੀ ਸ਼ਹਿਰਾਂ ਵਿੱਚ, ਜਿਹੜਾ ਸਿੱਖ ਕਤਲੇਆਮ ਹੋਇਆ, ਉਹਦੇ ਨਾਲ ਸਿੱਖ ਮਨਾਂ ਵਿੱਚ ਰੋਸ ਸੀ, ਅਤੇ ਤੁਸੀਂ ਢਾਡੀ ਜਥਾ ਲੈ ਕੇ ਪ੍ਰਚਾਰ ਲਈ ਗਏ, ਅਤੇ ਵਿਦੇਸ਼ਾਂ ਵਿੱਚ ਤੁਹਾਡਾ ਕੀ ਤਜਰਬਾ ਰਿਹਾ? ਅਮਰੀਕਾ, ਕੈਨੇਡਾ ਵਿੱਚ ਉੱਥੋਂ ਦੀ ਸੰਗਤ ਨੇ ਤੁਹਾਨੂੰ ਕਿੰਨਾ ਕੁ ਪਿਆਰ ਦਿੱਤਾ? ਉੱਥੇ ਸੰਗਤ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਬਹੁਤ ਜ਼ਿਆਦਾ। ਇੱਕ ਸਾਡੇ ਜਿਹੜਾ ਨਵਾਂ ਪ੍ਰਸੰਗ ਸੀਗਾ ਦਰਬਾਰ ਸਾਹਿਬ ਦਾ ਸਾਕਾ, ਉਹ ਅਸੀਂ ਗਾਇਆ, ਬੜੇ ਵਧੀਆ ਤਰੀਕੇ ਨਾਲ ਗਾਇਆ, ਅਤੇ ਬਹੁਤ ਲੋਕਾਂ ਨੇ ਸਾਨੂੰ ਪੂਰਾ ਮਾਣ ਸਨਮਾਨ ਦਿੱਤਾ, ਪੂਰਾ ਬਹੁਤ ਜ਼ਿਆਦਾ। ਹਾਂ। ਅਤੇ ਜੌਲ ਸਾਹਿਬ, ਵੱਡੀ ਗੱਲ, ਉਸ ਦੁਖਾਂਤ ਸਮੇਂ 1984 ਤੋਂ ਬਾਅਦ ਜਿਹੜਾ ਸਾਡਾ ਸਿੱਖ ਸੰਘਰਸ਼ ਖਾੜਕੂਵਾਦ ਦਾ ਸਮਾਂ ਰਿਹਾ, ਉਹਦੇ ਵਿੱਚ ਜਿੱਥੇ ਆਮ ਲੋਕਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਉੱਥੇ ਨਾਲ ਹੀ ਸਾਡੇ ਜਿਹੜਾ ਪ੍ਰਚਾਰਕ ਭਾਈਚਾਰਾ ਸੀ, ਜਿਵੇਂ ਬਹੁਤ ਸਾਰੇ ਪ੍ਰਚਾਰਕਾਂ ਨੂੰ ਦਿੱਕਤਾਂ ਆਈਆਂ, ਪਰੇਸ਼ਾਨੀਆਂ ਆਈਆਂ, ਪੁਲਿਸ ਵੀ ਚੁੱਕ ਕੇ ਲੈ ਜਾਂਦੀ ਸੀ। ਤੁਸੀਂ 1984 ਦਾ ਸਾਕਾ ਵਿਦੇਸ਼ਾਂ ਵਿੱਚ ਗਾਇਆ, ਕੀ ਤੁਹਾਨੂੰ ਕੋਈ ਦਿੱਕਤ ਆਈ, ਜਥੇ ਨੂੰ ਕੋਈ ਪਰੇਸ਼ਾਨੀ ਆਈ? ਅਸੀਂ ਜਦੋਂ 87 'ਚ ਵਾਪਸ ਆਏ ਹਾਂ ਇੰਡੀਆ, ਸਾਨੂੰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ ਕੀਤਾ ਗਿਆ ਸੀਗਾ, ਚਾਰਾਂ ਨੂੰ। ਚਾਰਾਂ ਸਾਨੂੰ ਉੱਥੋਂ ਨੇ ਸਾਡੇ ਚੈੱਕਅਪ ਜੀ ਕਰਕੇ ਛਾਣ ਪਾ ਕੇ ਛੱਡਤਾ। ਉਸ ਤੋਂ ਬਾਅਦ ਸਾਨੂੰ ਫਿਰ ਦੁਬਾਰੇ ਫਿਰ ਦਿੱਲੀ ਦੀ ਪੁਲਿਸ ਨੇ ਆ ਕੇ ਸਾਡੇ ਇੰਦਰਜੀਤ ਸਿੰਘ ਨੂੰ ਆ ਕੇ ਚੱਕਿਆ। ਫਿਰ ਉਹਦਾ ਕਿੰਨਾ ਲੰਮਾ ਸਮਾਂ ਕੇਸ ਚੱਲਿਆ ਵਿਚਾਰੇ ਦਾ। ਸਾਡੇ ਪਾਸਪੋਰਟ ਵੀ ਜ਼ਬਤ ਕੀਤੇ ਗਏ ਸੀ। ਸਾਨੂੰ ਫਿਰ ਜਾਣ ਨਹੀਂ ਦਿੱਤਾ ਕਿੰਨੇ ਚਿਰ ਬਾਹਰ ਉਹਨਾਂ ਨੇ। ਐਡਾ ਸੰਕਟ ਦੇ ਵਿੱਚ ਅਸੀਂ ਸੰਘਰਸ਼ ਕੱਟਿਆ। ਬੜੇ ਹੌਸਲੇ ਨੇ ਕੀਤੇ। ਅੱਛਾ ਜੌਲ ਸਾਹਿਬ, ਮੰਨ ਲਓ ਤੁਸੀਂ ਇੱਕ ਚੰਗੇ ਅਤੇ ਪ੍ਰਸਿੱਧ ਸਰੰਗੀ ਵਾਦਕ ਸੀ, ਤੁਹਾਡੇ ਦੌਰ ਵਿੱਚ ਤੁਹਾਡੇ ਬਰਾਬਰ ਦਾ ਕੋਈ ਸਰੰਗੀ ਮਾਸਟਰ ਤੁਸੀਂ ਕਿਹਨੂੰ ਮੰਨਦੇ ਹੋ? ਮੈਂ ਸਰੰਗੀ ਮਾਸਟਰ ਆਪਣੇ ਬਰਾਬਰ ਦਾ ਸਰਦਾਰ ਬੂਟਾ ਸਿੰਘ ਬਲਾਸਪੁਰੀ, ਮੈਂ ਤਕਰੀਬਨ ਉਹਨੂੰ ਲਾਇਕ ਕਰਦਾ।
ਬਾਕੀ ਮੈਂ ਵਿਦਿਆਰਥੀ ਹਾਂ ਇਹ ਚੀਜ਼ ਦਾ, ਮੈਂ ਮਾਸਟਰ ਨਹੀਂ ਗਾ। ਜਿੰਨੇ ਸਰੰਗੇ ਮੁੰਡੇ ਵਜਾਉਂਦੇ ਆ ਸਭ ਮੇਰੇ ਤੋਂ ਚੰਗੇ ਵਜਾਉਂਦੇ ਆ। ਹਾਂ ਠੀਕ। ਤੇ ਜਦੋਂ ਗੱਲ ਬੂਟਾ ਸਿੰਘ ਬਿਲਾਸਪੁਰੀ ਦੀ ਆਉਂਦੀ ਹੈ ਜੀ, ਬੂਟਾ ਸਿੰਘ ਬਿਲਾਸਪੁਰੀ ਤੇ ਬਲਵੀਰ ਸਿੰਘ ਜੌਲ, ਇਹ ਪ੍ਰਚਾਰਕਾਂ ਦੀ, ਢਾਡੀਆਂ ਦੀ ਪਹਿਲੀ ਪਸੰਦ ਸਨ। ਜਦੋਂ ਅਸੀਂ ਵੇਖਦੇ ਹਾਂ ਪੁਰਾਣਾ ਜਿਹੜਾ ਇਤਿਹਾਸ ਹੈ ਢਾਡੀ ਕਲਾ ਦਾ, ਜੇ ਇੰਦਰਜੀਤ ਸਿੰਘ ਜਾਂਗਪੁਰੀ ਦਾ ਜੱਥਾ ਤੇ ਬਲਦੇਵ ਸਿੰਘ ਬਿੱਲੂ ਹੋਰੀ, ਦਰਸ਼ਨ ਸਿੰਘ ਭਿੰਡਰ ਹੋਰੀ ਨਾਲ ਨੇ, ਕਮਾਲ ਦੇ ਗਵਈਏ ਸਨ। ਤੇ ਉਹਨਾਂ ਦੀ ਵੀ ਫਰਮਾਇਸ਼ ਇਹੋ ਹੁੰਦੀ ਸੀ ਕਿ ਆਪਣੇ ਹੈੱਡ ਲਈ, ਜਥੇਦਾਰ ਲਈ, ਕਿ ਤੁਸੀਂ ਸਰੰਗੀ ਵਾਦਕ, ਜੇ ਅੱਜ ਬੂਟਾ ਸਿੰਘ ਬਿਲਾਸਪੁਰੀ ਸਾਡੇ ਨਾਲ ਨਹੀਂ ਤੇ ਜੌਲ ਸਾਹਿਬ ਨੂੰ ਲੈ ਕੇ ਆਓ। ਤੇ ਤੁਸੀਂ ਕੀ ਮਹਿਸੂਸ ਕੀਤਾ ਬਲਦੇਵ ਸਿੰਘ ਬਿੱਲੂ ਵਰਗੇ ਕਮਾਲ ਦੇ ਗਵਈਏ ਜਿਹੜੇ ਨੇ, ਜਿਹੜੇ ਸ਼ਾਇਦ ਇਹੋ ਜਿਹੇ ਗਵਈਏ ਕਦੇ ਕਦੇ ਮਾਵਾਂ ਜੰਮਦੀਆਂ ਨੇ, ਤੁਸੀਂ ਉਹਨਾਂ ਦੇ ਨਾਲ ਗਾ ਕੇ, ਭਿੰਡਰ ਸਾਹਿਬ ਨਾਲ ਗਾ ਕੇ ਕੀ ਮਹਿਸੂਸ ਕੀਤਾ? ਮੈਂ ਜਿੰਨੇ ਨਾਲ ਗਾਇਆ, ਭਿੰਡਰ ਸਾਹਿਬ ਨਾਲ, ਨਾਨਕੀ ਸਾਹਿਬ ਨਾਲ, ਜਾਣੀ ਕਿਸੇ ਪਾਸੇ ਵੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਵੇਖੀ। ਐਨ ਪੂਰਾ ਸਿਰੇ ਤੇ, ਜਾਣੀ ਜਦੋਂ ਇਹ ਮੇਰੇ ਮੂਹਰੇ ਖੜੇ ਹੁੰਦੇ, ਜਾਣੀ ਮੈਨੂੰ ਸਰੰਗੀ ਆਪਣੇ ਆਪ ਅੰਦਰੋਂ ਉਬਲਦੀ। ਜੌਲ ਸਾਹਿਬ, ਸਮੇਂ ਦੀਆਂ ਬਾਤਾਂ ਨੇ, ਤੁਸੀਂ ਏਡੇ ਏਡੇ ਵੱਡੇ ਗਵਈਆਂ ਨਾਲ, ਵੱਡੇ ਜੱਥਿਆਂ ਨਾਲ ਗਾਇਆ, ਤੇ ਅਣਖੀ ਸਾਹਿਬ ਤੋਂ ਬਾਅਦ ਤੁਸੀਂ ਹੋਰ ਕਿਹੜੇ ਜੱਥਿਆਂ ਨਾਲ ਸੇਵਾਵਾਂ ਕੀਤੀਆਂ, ਉਹਨਾਂ ਦੇ ਨਾਂ ਵੀ ਸੰਗਤ ਨਾਲ ਜ਼ਰੂਰ ਸਾਂਝੇ ਕਰੋ। ਆਪਣੇ ਚੰਗੇ ਕੁਰਬਾਨੀ ਵਾਲੇ ਜਥੇਦਾਰ ਗਿਆਨੀ ਸਾਗਰ ਸਿੰਘ ਜੀ ਬੇਪਰਵਾਹ, ਉਹਨਾਂ ਨਾਲ ਵੀ ਮੈਂ ਸੇਵਾ ਕੀਤੀ ਆ। ਤੇ ਉਸ ਤੋਂ ਬਾਅਦ ਆ ਗਿਆ ਮੈਂ ਜੋਗਿੰਦਰ ਸਿੰਘ ਸ਼ੇਰਪੁਰੀ, ਫਰੀਦਕੋਟ, ਸ਼ੇਰਪੁਰੀ ਪਰਿਵਾਰ 'ਚ। ਫਿਰ ਉਹਨਾਂ ਨਾਲ ਸਾਥ, ਤੇ ਉਦੋਂ ਪਹਿਲਾਂ ਬਠਿੰਡੇ ਵਾਲਾ ਤੇਜਾ ਸਿੰਘ ਤੂਫਾਨ, ਉਹਨਾਂ ਨਾਲ ਮੇਰੀਆਂ ਕੈਸਟਾਂ ਸੀਗੀਆਂ, ਤੇ 4-5 ਕੈਸਟਾਂ ਉਹਨਾਂ ਨੇ ਕਰਾਈਆਂ। ਉਹਨਾਂ ਨਾਲ ਵੀ ਬਹੁਤ ਵਧੀਆ ਸੈੱਟ ਸੀਗਾ, ਬਹੁਤ ਚੰਗਾ। ਜਦੋਂ ਆਪਾਂ ਕੈਸਟ ਕਲਚਰ ਦੀ ਗੱਲ ਕਰਦੇ ਹਾਂ, ਕਿ ਜਦੋਂ ਕੈਸਟਾਂ ਚੱਲਦੀਆਂ ਸਨ, ਟੇਪ ਰਿਕਾਰਡਾਂ ਸਨ, ਤੇ ਉਸ ਵਕਤ ਇੱਕ ਦੌਰ ਸੀ ਜਦੋਂ ਗੁਰਬਖਸ਼ ਸਿੰਘ ਅਲਬੇਲਾ, ਤੇਜਾ ਸਿੰਘ ਤੂਫਾਨ, ਇਹ ਜਥੇ ਲਗਭਗ ਨੇੜੇ ਸਨ, ਵੈਸੇ ਵੀ ਇਲਾਕਾ ਵੀ ਇੱਕ ਹੀ ਸੀ, ਤੇ ਇਹਨਾਂ ਦੇ ਸਾਥੀ ਵੀ ਇੱਕ ਦੂਜੇ ਨਾਲ ਬਦਲਦੇ ਰਹਿੰਦੇ ਸਨ। ਤੇ ਤੁਹਾਡੇ ਨਾਲ ਉਸ ਵਕਤ ਤੁਸੀਂ, ਮੇਰਾ ਖਿਆਲ ਹੈ ਜ਼ਿਆਦਾਤਰ ਤੇਜਾ ਸਿੰਘ ਤੂਫਾਨ ਹੋਰਾਂ ਦੇ ਨਾਲ ਰਹੇ, ਤੇ ਤੂਫਾਨ ਹੋਰਾਂ ਦੇ ਨਾਲ ਤੁਹਾਡੇ ਕਿਹੜੇ ਸਾਥੀ ਰਹੇ, ਤੇ ਕੀ ਤੁਸੀਂ ਕਦੇ ਗੁਰਬਖਸ਼ ਸਿੰਘ ਅਲਬੇਲਾ ਸਾਹਿਬ ਦੇ ਨਾਲ ਵੀ ਸੇਵਾ ਕੀਤੀ? ਅਲਬੇਲਾ ਸਾਹਿਬ ਨਾਲ ਮੈਂ ਨਹੀਂ ਜੀ ਗਿਆ, ਨਹੀਂ, ਮੈਂ ਤੂਫਾਨ ਸਾਹਿਬ ਨੇ ਰਿਹਾ। ਬਾਕੀ ਸਾਥੀ ਸਾਡੇ ਉੱਧਰ ਉੱਧਰ ਬਦਲਦੇ ਰਹਿੰਦੇ ਸੀ, ਅਜੀਤ ਸਿੰਘ ਸਿੱਧੂ, ਅਜੈਬ ਸਿੰਘ ਅਣਖੀ, ਤੇ ਇਹ ਸਾਡੇ ਨਾਲ ਇਹਨਾਂ ਨੇ ਕੈਸਟਾਂ ਸੀਗੀਆਂ, ਤੇ ਗਵਈਏ ਅਸੀਂ ਬਰਾਬਰ ਦੇ ਸੀਗੇ। ਸਾਡੇ ਕੈਸਟਾਂ ਵੀ ਕਦੇ ਇੱਕ ਨੰਬਰ ਉਹਦਾ ਅਲਬੇਲੇ ਦਾ ਆ ਜਾਂਦਾ, ਦੂਜਾ ਸਾਡਾ ਆ ਜਾਂਦਾ। ਕੈਸਟਾਂ ਵੀ ਸਾਡਾ ਮੁਕਾਬਲਾ ਹੀ ਸੀ। ਜੌਲ ਸਾਹਿਬ, ਆਪਾਂ ਹੁਣ ਇੱਕ ਦਰਸ਼ਕਾਂ ਨੂੰ ਤੁਹਾਡੀ ਵੰਨਗੀ ਹੋਰ ਸੁਣਾਉਣੀ ਚਾਹਾਂਗੇ। ਪੁਰਾਣੀ ਜੌਲ ਸਾਹਿਬ ਦੀ ਇੱਕ ਰਿਕਾਰਡਿੰਗ ਹੈ। ਆਮ ਤੌਰ 'ਤੇ ਸਾਡੇ ਕਲਾਕਾਰ ਵੀ ਉਹ ਗਾਉਂਦੇ ਨੇ ਜਿਸ ਨੂੰ ਲੋਕ ਭਾਸ਼ਾ ਵਿੱਚ ਇੱਕ ਮਾਹੀਆ ਆਖਿਆ ਜਾਂਦਾ। ਢਾਡੀ ਜੱਥੇ ਨੇ ਬੜੀ ਕਮਾਲ ਦੀ ਵੰਨਗੀ ਗਾਈ, ਤੇ ਜੌਲ ਸਾਹਿਬ ਨੇ ਬੜੀ ਕਮਾਲ ਦੀ ਉਹਦੇ ਵਿੱਚ ਸਰੰਗੀ ਵਜਾਈ ਹੈ। ਤੇ ਆਓ ਸਾਥੀਓ, ਪਹਿਲਾਂ ਇੱਕ ਵਾਰ ਆਪਾਂ ਸੁਣਦੇ ਹਾਂ ਇੰਦਰਜੀਤ ਸਿੰਘ ਅਣਖੀ ਹੋਰਾਂ ਦੇ ਜੱਥੇ ਦੇ ਨਾਲ ਇਹਨਾਂ ਦਾ ਰਿਕਾਰਡ ਹੋਇਆ ਸਟੇਜ ਦੀ ਰਿਕਾਰਡਿੰਗ ਮਾਹੀਆ।
ਜੌਲ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਜੋਕੀ ਢਾਡੀ ਕਲਾ, ਅਜੋਕਾ ਜਿਹੜਾ ਦੌਰ ਹੈ, ਕੀ ਤੁਸੀਂ ਕਾਫੀ ਦੇਰ ਢਾਡੀ ਸਟੇਜਾਂ ਤੋਂ ਪਾਸੇ ਰਹੇ? ਕੀ ਕਾਰਨ ਸੀ? ਬਲਵੀਰ ਸਿੰਘ ਜੌਲ ਇੱਕਦਮ ਕਿਉਂ ਗਾਇਬ ਹੋ ਗਏ? ਕਿੱਥੇ ਚਲੇ ਗਏ ਸੀ? ਉਹ ਮੈਂ ਜੋ ਕੁਛ ਤਾਂ 2000 ਤੋਂ ਲੈ ਕੇ ਇੱਕ ਪਾਸੇ ਸਾਈਡ ਤੇ ਦੂਸਰੇ ਕਾਲਜਾਂ ਦੇ ਵਿੱਚ ਆ ਗਿਆ, ਬਜਾਏ ਸਰੰਗੀਆ ਕਾਲਜਾਂ ਦੇ ਵਿੱਚ ਮੁੰਡਿਆਂ ਨੂੰ ਕਵੀਸ਼ਰੀ ਸਿਖਾਈ, ਢਾਡੀ ਵਾਰ ਸਿਖਾਈ, ਇਹਨਾਂ ਚੀਜ਼ਾਂ ਨੂੰ ਮੈਂ ਟ੍ਰੇਨਿੰਗ ਦਿੰਦਾ ਹੁੰਦਾ ਸੀਗਾ। ਉਸ ਤੋਂ ਬਾਅਦ 2010 'ਚ ਮੈਨੂੰ ਅਧਰੰਗ ਦਾ ਅਟੈਕ ਹੋ ਗਿਆ, ਫਿਰ ਉਸ ਤੋਂ ਮੈਂ ਜਮਾਂ ਹੀ ਪਾਸੇ ਹੋ ਗਿਆ। ਹੁਣ ਮੈਂ ਅੱਗੇ ਨੂੰ ਸੈੱਟ ਹੈ, ਗੁਰੂ ਦੀ ਕਿਰਪਾ ਹੈ, ਬਾਕੀ ਮੇਰੇ ਪੰਥ ਦੀ ਕਿਰਪਾ ਮੇਰੇ ਤੇ, ਗੁਰੂ ਗ੍ਰੰਥ ਦੀ ਕਿਰਪਾ। ਹੁਣ ਮੈਂ ਇਸ ਵੇਲੇ ਚੱਲਦਾ ਫਿਰਦਾ ਔਰ ਗੁਰੂ ਕਿਰਪਾ ਹੋਰ ਵੀ ਕਰੂਗਾ। ਫਿਰ ਵੀ ਆਪਾਂ ਇਹ ਢਾਡੀ ਲਾਈਨ ਤੇ ਗੁਰੂ ਘਰ ਦੀ ਸੇਵਾ ਕਰਨੀ ਹੈ। ਜੌਲ ਸਾਹਿਬ ਦੀ ਸਿਹਤ ਭਾਵੇਂ 2010 ਤੋਂ ਕੁਝ ਢਿੱਲੀ ਰਹੀ, ਤੇ ਪਰ ਗੁਰੂ ਦੀ ਕਿਰਪਾ ਸਦਕਾ ਅੱਜ ਚੱਲਣ ਫਿਰਨ ਜੋਗੇ ਹੋ ਗਏ ਨੇ, ਪਰ ਫਿਰ ਵੀ ਹਾਲੇ ਸਰੰਗੀ ਵਜਾਉਂਦੇ ਨੇ। ਤੇ ਇਹਨਾਂ ਦੀ ਇੱਕ ਉਮੀਦ ਹੈ, ਇਹਨਾਂ ਨੂੰ ਇਹਨਾਂ ਦਾ ਇੱਕ ਯਤਨ ਵੀ ਹੈ, ਲਗਾਤਾਰ ਦ੍ਰਿੜ ਨੇ, ਮਿਹਨਤ ਕਰ ਰਹੇ ਨੇ ਕਿ ਮੇਰਾ ਹੱਥ ਚੰਗੀ ਤਰ੍ਹਾਂ ਚੱਲਣ ਲੱਗ ਜਾਏ ਤੇ ਮੈਂ ਇੱਕ ਵਾਰ ਫਿਰ ਤੋਂ ਸਿੱਖ ਸਟੇਜਾਂ 'ਤੇ ਸੇਵਾ ਕਰਾਂ। ਜੌਲ ਸਾਹਿਬ, ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਲਈ ਕਿ ਤੁਸੀਂ ਕੌਮ ਦੀ ਲੰਬਾ ਸਮਾਂ, ਗੁਰੂ ਪਾਤਸ਼ਾਹ ਨੇ ਜਿੰਨਾ ਤੁਹਾਨੂੰ ਜੀਵਨ ਬਖਸ਼ਿਆ, ਤੁਸੀਂ ਉਮਰ ਭਰ ਸਟੇਜ 'ਤੇ ਢਾਡੀ ਜਥਿਆਂ ਦੇ ਨਾਲ ਸੇਵਾ ਕਰਦੇ ਰਹੋ ਤੇ ਸੰਗਤ ਤੁਹਾਡੀ ਸਰੰਗੀ ਦਾ ਆਨੰਦ ਮਾਣਦੀ ਰਹੇ। ਸਾਹਿਬ, ਤੁਸੀਂ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਸਰੰਗੀ ਵਜਾਉਂਦੇ ਆ, ਜਿਹੜਾ ਦੌਰ ਤੁਹਾਡਾ ਸ਼ੁਰੂਆਤੀ ਦੌਰ ਸੀ, ਜਦੋਂ ਤੁਸੀਂ ਅਣਖੀ ਸਾਹਿਬ ਹੋਰਾਂ ਨਾਲ ਸੀ, ਬਿੱਲੂ ਸਾਹਿਬ, ਪਿੰਡਰੂ ਸਾਹਿਬ, ਉਹਨਾਂ ਦੇ ਨਾਲ ਗਾਉਂਦੇ ਸੀ, ਤੁਸੀਂ ਉਸ ਸਮੇਂ ਵੇਖਿਆ ਕਿ ਸੰਗਤਾਂ ਵਿੱਚ ਕਿਹੋ ਜਿਹਾ ਜਥਿਆਂ ਦਾ, ਢਾਡੀਆਂ ਦਾ ਸਤਿਕਾਰ ਸੀ, ਉਹ ਕਿਹੋ ਜਿਹਾ ਸੀ? ਤੇ ਅਜੋਕੇ ਦੌਰ ਵਿੱਚ ਤੁਹਾਨੂੰ ਕੋਈ ਲੱਗਦਾ ਅੰਤਰ ਕਿ ਅਜੋਕੇ ਦੌਰ ਵਿੱਚ ਢਾਡੀ ਕਲਾ ਨੂੰ ਸੰਗਤਾਂ ਉਹਨਾਂ ਪਿਆਰ ਦਿੰਦੀਆਂ ਨੇ ਜਾਂ ਨਹੀਂ ਦਿੰਦੀਆਂ? ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹ ਜਿਹੜਾ ਸਮਾਂ ਸੀ ਉਦੋਂ ਜੀ, ਉਹ ਸਮਾਂ ਬਹੁਤ ਵਧੀਆ ਸੀਗਾ। ਲੋਕ ਸੰਗਤਾਂ ਢਾਡੀ ਜਥੇ ਨੂੰ ਪਿਆਰ ਕਰਦੇ, ਸੁਣਦੇ, ਸਤਿਕਾਰ ਕਰਦੇ ਸੀ। ਪਰ ਅੱਜ ਕੱਲ੍ਹ ਨਹੀਂ ਉਹ ਗੱਲ ਰਹੀ। ਕੁਛ ਤਾਂ ਜੀ ਸਾਡੇ ਵੀ ਇਹ ਕਮੀ ਆ, ਅਸੀਂ ਮਿਹਨਤ ਨਹੀਂ ਕਰਦੇ, ਸਾਡੇ ਕੋਲ ਉਹਨਾਂ ਸਮਾਨ ਨਹੀਂ ਹੈਗਾ ਦੁਕਾਨ 'ਚ। ਜਦੋਂ ਸਾਡੇ ਦੁਕਾਨ 'ਚ ਸਮਾਨ ਹੋਵੇ ਨਾ, ਗਾਹਕ ਆਉਂਦਾ, ਲਓ ਜੀ ਆਹ ਚੀਜ਼ ਤਿਆਰ ਪਈ ਆ, ਸਾਡੇ ਉਹਨੇ ਮਿਹਨਤ ਨਹੀਂ ਹੈਗੀ। ਜਿਹੜੇ ਜਥੇ ਮਿਹਨਤ ਕਰਦੇ ਆ ਜਾਂ ਸਰੰਗੀ ਵਾਲੇ ਮਿਹਨਤ ਕਰਦੇ ਆ, ਉਹਨਾਂ ਦੀ ਅਜੇ ਵੀ ਕਦਰ ਉਨੀ ਆ। ਤੇ ਜੌਲ ਸਾਹਿਬ, ਜਦ ਗੱਲ ਕਰਦੇ ਆਪਾਂ ਸ਼ਾਗਿਰਦਾਂ ਦੀ, ਕਿਉਂਕਿ ਤੁਸੀਂ ਵੀ ਬਜ਼ੁਰਗਾਂ ਤੋਂ ਸਿੱਖਿਆ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਖਾਓ। ਤੁਹਾਡੇ ਕਿੰਨੇ ਕੁ ਸ਼ਾਗਿਰਦ ਨੇ? ਮੈਂ ਜੀ ਇੱਕੋ ਬੰਦਾ ਸਿਖਾਇਆ ਸਰੰਗੀ, 2 ਮੁੰਡੇ ਸਿਖਾਏ ਆ। ਪਰ ਮੈਂ ਚਾਹੁੰਦਾ ਸੀ ਇਹ ਵੀ ਜਿਹੜੇ ਮੈਂ ਸ਼ਾਗਿਰਦ ਮੈਂ ਸਿੱਖੇ ਮੇਰੇ ਤੋਂ, ਉਹ ਮੇਰੇ ਤੋਂ ਉੱਤੇ ਛਾਲ ਮਾਰੇ। ਪਰ ਮੈਨੂੰ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ। ਜਿਹੜੇ ਮੇਰੇ ਤੋਂ 4 ਪੋਟੇ ਸਿੱਖ ਗਏ, ਉਦੋਂ ਗਾਂਹ ਨਹੀਂ ਵਧੇ, ਉਹ ਉੱਥੇ ਦੀ ਉੱਥੇ ਹੀ ਖੜੇ ਆ। ਪਰ ਉਹਨਾਂ ਦੇ ਦਿਮਾਗ ਦੀ ਗੱਲ ਇਹ ਸੀ ਵੀ ਅਸੀਂ ਗਾਜ ਫੇਰਨਾ ਸਿੱਖ ਗਏ, ਹੁਣ ਅਸੀਂ ਮਾਸਟਰ ਬਣ ਗਏ। ਕਿਉਂਕਿ ਮੇਰੇ ਦਿਮਾਗ ਦੀ ਇਹ ਗੱਲ ਇਹ ਸੀ ਵੀ ਮੈਂ ਮਾਸਟਰ ਨਹੀਂ ਸੀਗਾ, ਮੈਂ ਵਿਦਿਆਰਥੀ ਰਿਹਾ ਚੀਜ਼ ਦਾ, ਵੀ ਅਜੇ ਮੈਂ ਹੋਰ ਸਿੱਖਾਂ, ਅਜੇ ਮੈਂ ਹੋਰ ਸਿੱਖਾਂ। ਜਿੱਥੋਂ ਵੀ ਕੋਈ ਮੈਨੂੰ ਚੀਜ਼, ਨਵੀਂ ਚੀਜ਼ ਮਿਲਦੀ ਆ, ਚਾਹੇ ਕਿਸੇ ਕਲਾਕਾਰ ਦੇ ਗੀਤ 'ਚੋਂ ਮਿਲਦੀ ਆ, ਚਾਹੇ ਕੋਈ ਹੋਰ 'ਚੋਂ ਕਿਸੇ ਕੀਰਤਨ 'ਚੋਂ ਪੀਸ ਮਿਲਦਾ, ਮੈਂ ਪੀਸ ਉਹ ਚੱਕਦਾ ਸੀਗਾ। ਹਾਂ, ਬਾਕੀ ਮੇਰੇ ਤਾਂ ਗੁਰੂ ਦੀ ਕਿਰਪਾ ਐਡੀ ਸੀ, ਮੈਂ ਕਿਸੇ ਰਾਗੀ ਜਥੇ ਨਾਲ ਬਹਿ ਕੇ ਸਰੰਗੀ ਵਜਾਉਣ ਲੱਗ ਗਿਆ, ਮੈਂ ਤਾਂ ਵੀ ਪੂਰਾ। ਮੈਂ ਕਿਸੇ ਕਲਾਕਾਰ ਨਾਲ ਖੜ ਗਿਆ, ਮੈਂ ਤਾਂ ਵੀ ਪੂਰਾ। ਅਸਤਾਰ ਕੁਲਦੀਪ ਜੀ ਮਾਨਕ ਨਾਲ ਮੈਂ ਵਜਾਈ ਆ, ਉਹਨੇ ਵੀ ਆਪਾਂ ਨੂੰ ਮਾਣ ਦਿੱਤਾ ਪੂਰਾ ਵੀ ਮਾਸਟਰ ਜੀ ਬਾਤ ਠੀਕ ਠਾਕ ਆ। ਹਾਂ, ਜੇ ਨਿਰਮਲ ਸਿੱਧੂ ਨਾਲ ਵਜਾਇਆ ਮੈਂ ਜਲੰਧਰ ਦੂਰਦਰਸ਼ਨ 'ਤੇ, ਉਹਨਾਂ ਨੇ ਆਪਾਂ ਨੂੰ ਪੂਰਾ ਮਾਣ ਦਿੱਤਾ ਵੀ ਬਿਲਕੁਲ ਠੀਕ ਹੈ, ਸਹੀ ਗੱਲ ਆ ਜੀ। ਕਹਿੰਦੇ ਸਾਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ, ਕੋਈ ਐਸੀ ਗੱਲ ਨਹੀਂ ਵੀ ਕੋਈ ਚੀਜ਼ ਪੁਰਾਣੀ ਨਹੀਂ ਹੁੰਦੀ, ਉਹਨੂੰ ਤੁਸੀਂ ਜਿਹੇ ਜਿਹੇ ਉਹਨੂੰ ਰੂਪ ਰੇਖਾ ਨਵੀਂ ਦੇ ਦਿਓ, ਉਹ ਫਿਰ ਦੁਬਾਰੇ ਫੇਰ ਬਹਾ ਜਾਂਦੇ ਆ। ਬੰਦਾ ਬਿਮਾਰ ਹੋ ਜਾਂਦਾ, ਢਿੱਲਾ ਮਿੱਸਾ ਹੋ ਜਾਂਦਾ, ਦਵਾਈ ਦੇ ਕੇ ਤਕੜਾ ਹੋ ਜਾਂਦਾ। ਅਸੀਂ ਵੀ ਕੁਛ ਮਿਹਨਤ ਨਹੀਂ ਕਰਦੇ। ਹੁਣ ਮੈਨੂੰ ਇੰਨਾ ਮਾਣ ਆ ਵੀ ਮੈਂ ਚਾਹੇ ਕਿੰਨਾ ਹੀ ਪੁਰਾਣਾ, ਅੱਜ ਮੇਰੇ ਤੇ ਗੁਰੂ ਨੇ ਕਿਰਪਾ ਕਰਤੀ, 6 ਮਹੀਨੇ ਨੂੰ ਕਰਤੀ, ਮੈਂ ਨਵਾਂ। ਜੌਲ ਸਾਹਿਬ, ਗੁਰੂ ਕਿਰਪਾ ਕਰੇ, ਅਸੀਂ ਆਸ ਕਰਦੇ ਹਾਂ ਕਿ ਸਤਿਗੁਰੂ ਤੁਹਾਡੇ 'ਤੇ ਕਿਰਪਾ ਕਰਨ ਤੇ ਤੁਸੀਂ ਦੁਬਾਰਾ ਤੋਂ ਸਿੱਖ ਸੰਗਤ ਦੀ ਸੇਵਾ ਕਰਨ ਦੇ ਯੋਗ ਹੋ ਸਕੋ। ਤੇ ਕੀ ਜੌਲ ਸਾਹਿਬ, ਜਦ ਤੁਸੀਂ ਇੱਕ ਸਮਾਂ ਆਇਆ ਤੁਹਾਡੇ 'ਤੇ ਦੁਖਾਂਤ ਵਾਪਰਿਆ, ਤੁਹਾਨੂੰ ਅਧਰੰਗ ਦਾ ਅਟੈਕ ਹੋਇਆ, ਤੁਸੀਂ ਮੰਜੇ ਤੇ ਪੈ ਗਏ, ਤੇ ਤੁਹਾਨੂੰ ਉਸ ਵਕਤ ਔਖੇ ਸੰਕਟ ਵਿੱਚ ਕਿਹਦੇ ਵੱਲੋਂ ਮਦਦ ਮਿਲੀ? ਭਾਈਚਾਰੇ ਵੱਲੋਂ, ਢਾਡੀ ਜਗਤ ਵੱਲੋਂ, ਤੁਹਾਡੇ ਪੁਰਾਣੇ ਸਾਥੀਆਂ ਵੱਲੋਂ, ਜਾਂ ਕਿਸੇ ਸਿੱਖ ਸੰਸਥਾ ਨੇ, ਸ਼੍ਰੋਮਣੀ ਕਮੇਟੀ ਨੇ ਵੀ ਤੁਹਾਡੀ ਸਾਰ ਲਈ ਜਾਂ ਨਹੀਂ?
ਨਾ ਕਿ ਸਿੱਖ ਸੰਗਤਾਂ ਨੇ ਸਸਤਾਂ ਨੇ ਕਿਸੇ ਨੇ ਨਹੀਂ ਪੁੱਛਿਆ ਮੈਨੂੰ, ਤੇ ਜਿਹੜੇ ਮੇਰੇ ਸਾਥੀ ਰਹੇ ਉਹਨਾਂ ਨੇ ਮੈਨੂੰ ਪੂਰਾ ਮੇਰੇ ਸਿਰ ਤੇ ਹੱਥ ਰੱਖਿਆ ਜੀ ਹਰ ਪੱਖ ਤੋਂ, ਜੀ ਜਿਵੇਂ ਕਿ ਸਰਦਾਰ ਇੰਦਰਜੀਤ ਸਿੰਘ ਅਣਖੀ, ਸਰਦਾਰ ਇੰਦਰ ਸਿੰਘ ਸ਼ੇਰਪੁਰੀ ਜੀ ਤੇ ਸਾਧੂ ਸਿੰਘ ਧੰਮੂ, ਜੀ ਇਹਨਾਂ ਸਾਰਿਆਂ ਨੇ ਬੜਾ ਮੈਨੂੰ ਜਾਣੀ ਪੈਸੇ ਪੱਖੋਂ ਵੀ ਹਰ ਪਾਸੋਂ ਮੈਨੂੰ ਸਪੋਰਟ ਦਿੱਤੀ ਇਹਨਾਂ ਨੇ। ਜੀ ਜਾਣੀ ਸਾਡੀ ਢਾਡੀ ਸ਼੍ਰੇਣੀ ਦੇ ਸਪੋਰਟ ਨਾਲ ਮੈਨੂੰ ਗੁਰੂ ਮਹਾਰਾਜ ਨੇ ਦੁਬਾਰਾ ਜ਼ਿੰਦਗੀ ਬਖਸ਼ਤੀ। ਜੌਲ ਸਾਹਿਬ ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੇ ਅਸੀਂ ਤੁਹਾਡੇ ਬਹੁਤ ਬਹੁਤ ਰਿਣੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਤੇ ਅੱਜ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਪੰਥ ਦੇ ਬਹੁਤ ਹੀ ਮਹਾਨ ਸਰੰਗੀ ਵਾਦਕ ਗਿਆਨੀ ਬਲਵੀਰ ਸਿੰਘ ਜੌਹਰ ਹੋਰਾਂ ਦੇ ਨਾਲ ਗੱਲ ਕਰ ਰਹੇ ਹਾਂ। ਜੌਲ ਸਾਹਿਬ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਮੈਂ ਆਪਣੇ ਦਰਸ਼ਕਾਂ ਤੋਂ ਖਿਮਾ ਮੰਗਾਂਗਾ, ਤੁਹਾਡੇ ਤੋਂ ਖਿਮਾ ਮੰਗਾਂਗਾ ਤੇ ਫਿਰ ਮਿਲਣ ਦੀ ਆਸ ਨਾਲ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।